फैसले दे विच भी जिहड़ा पक्ष है मैं समझागा मानयोग सुप्रीम कोर्ट ने सरकार का पूरा सरकार कोल भी पावर हैगी इहनूं रद्द करन दी। जे सरकार कमियां कढ़ सकदी है असीं कमियां कढ़ सकदे, सरकार मन सकदी है। जे सरकार ये गल कह सकदी भी असीं इहदे विच सोध कर सकते हैं तो फिर रद्द करन नूं किन्ना कुछ चमकौर जी जोर लगदा। इन्हां नूं रद्द भी कर देने चाहिए ने, क्योंकि जदों भी साडी सरकार नाल मीटिंग हुंदी आ मीटिंग तो बाद ही साडी गलबात बाहर होगी कि अगली रणनीति साडी की होਵੇਗੀ। D5 चैनल पंजाबी देख रहे दर्शकों का स्वागत है। दर्शकों मैं चमकौर सिंह लोकू। ਤੁਹਾਨੂੰ पता है कि ਜਿਹੜਾ किसानी संघर्ष है बहुत जोरां शोरां ਦੇ ਉੱਤੇ ਚੱਲ ਰਿਹਾ है, क्योंकि किसान ਆਪਦੀ ਜਿਹੜੀ ਮੰਗ है ਉਹਨੂੰ ਲੈ ਕੇ ਅੜੇ ਹੋਏ ਆ कि ਜਿਹੜੇ ਇਹ ਕਾਨੂੰਨ ਆ ਇਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਜੇ ਦੇਖਿਆ ਜਾਵੇ ਕੇਂਦਰ ਸਰਕਾਰ ਹੈ ਟਸ ਤੋਂ ਮਸ ਨਹੀਂ ਹੋ ਰਹੀ, ਬਹੁਤ ਸਹਾਇਤਾਂ ਹੋ ਗਈਆਂ। ਬਾਰਿਸ਼ਾਂ ਦੇ ਵਿੱਚ ਠੰਡ ਦੇ ਵਿੱਚ ਕਿਸਾਨ ਆ ਜਿਹੜੇ ਉਹ ਸੜਕਾਂ ਦੇ ਉੱਤੇ ਬੈਠੇ ਨੇ, ਪਰ ਨਾਲ ਹੀ ਹੌਸਲੇ ਬੜੇ ਬੁਲੰਦ ਆ। ਜਿੱਥੇ ਆਪਾਂ ਖੜੇ ਆ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਬਲਵੰਤ ਸਿੰਘ ਬ੍ਰਹਮ ਕੇ ਉਹਨਾਂ ਦਾ ਪੜਾਏ ਨਾਲ ਫਰਮਾਨ ਸਿੰਘ ਸੰਧੂ ਜਿਹੜੇ ਪ੍ਰਧਾਨ ਨੇ ਜਥੇਬੰਦੀ ਦੇ। ਇੱਥੇ ਹਰ ਰੋਜ਼ ਇਹਨਾਂ ਦੀ ਪ੍ਰੇਰਨਾ ਸਦਕਾ ਜਿਹੜੇ ਨੌਜਵਾਨ ਆਉਂਦੇ ਨੇ ਮੋਗੇ ਜ਼ਿਲ੍ਹੇ ਤੋਂ। ਆਪਾਂ ਉਹ ਗੱਲਬਾਤ ਕਰਾਂਗੇ ਕਿ ਕਿੱਥੋਂ ਨੌਜਵਾਨ ਆਉਂਦੇ ਨੇ ਵਰਕਰਾਂ ਦਾ, ਔਰ ਜਿਹੜੇ ਤਰ੍ਹਾਂ ਤਰ੍ਹਾਂ ਦੇ ਲੰਗਰ ਹੈ ਉਹ ਲਾਏ ਜਾਂਦੇ ਨੇ। ਹੁਣੇ 2 ਮਿੰਟ ਪਹਿਲਾਂ ਤੁਹਾਨੂੰ ਸ਼ੋਟਾਂ ਦੇ ਵਿੱਚ ਦਿਖਾਵਾਂਗੇ ਜਿਵੇਂ ਬਰਗਰ ਤਿਆਰ ਕੀਤੇ, ਉਸ ਤੋਂ ਬਾਅਦ ਬਰਗਰ ਵੰਡੇ ਗਏ। ਕਾਫੀ ਜਿਹੜਾ ਸੀਗਾ ਇਕੱਠ ਸੀ। ਸੋ ਅਸੀਂ ਹੁਣ ਇਹਨਾਂ ਕੋਲੇ ਪਹੁੰਚੇ ਆ ਕਿ ਇਹਨਾਂ ਦੇ ਨਾਲ ਗੱਲਬਾਤ ਕਰੀਏ, ਸੰਘਰਸ਼ ਬਾਰੇ ਵੀ ਕਰੀਏ, ਲੰਗਰਾਂ ਬਾਰੇ ਵੀ ਕਰੀਏ। ਮੈਂ ਕੈਮਰਾਮੈਨ ਨੂੰ ਕਹੂੰ ਕਿ ਇੱਧਰ ਦਿਖਾਇਆ ਜਾਵੇ। ਅਜੇ ਵੀ ਜਿਹੜੇ ਹੈਗੇ ਆਲੂ ਉਬਾਲ ਕੇ ਤਿਆਰ ਕੀਤੇ ਜਾ ਰਹੇ ਨੇ। ਕਲਾ ਵਰਤਦੀ ਗਈ, ਵੱਡੇ ਇਕੱਠ ਹੋਏ। ਸੋ ਆਪਾਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਬਲਵੰਤ ਸਿੰਘ ਜੀ। ਪਹਿਲਾਂ D5 ਚੈਨਲ ਪੰਜਾਬੀ ਵੱਲੋਂ ਸਵਾਗਤ बहुत बहुत धन्यवाद जी आप जी का चमकौर जी। सब तो पहला आप जी के चैनल का स्वागत करते हैं भी तुसी हर रोज़ अपडेट प्रोग्राम जोड़ा पूरे देशों विदेशों में भेजते हो, तो बहुत बहुत धन्यवाद। ये देखा जाए बलवंत सिंह जी उदों ऐ लगता है भी 26-27 भी 27 ਜਾਂ 28 ਨੂੰ ਸਰਕਾਰ ਮੰਨ ਜੂ। ਐਡਾ ਕੋਈ ਅੜੀਅਲ ਨਹੀਂ ਹੁੰਦਾ ਵੀ ਇੰਨੇ ਲੋਕ ਅੜ ਕੇ ਉੱਠ ਕੇ ਲੋਕਾਂ ਲਈ ਕਾਨੂੰਨ ਬਣਾਏ ਸੀ, ਕਿਸਾਨਾਂ ਲਈ ਬਣਾਏ ਸੀ ਤੇ ਵਾਪਸ ਨਾ ਲਓ। ਪਰ ਇੰਨੇ ਦਿਨ ਹੋ ਗਏ ਮੰਨ ਹੀ नहीं रहे। ਇੰਨੀਆਂ ਸਹਾਇਤਾਂ ਹੋਊਗਾ ਕਿਵੇਂ ਦੇਖਦੇ ਹੋ ਮੋਦੀ ਨੂੰ? देखो जो ਇੱਥੇ 27 ਤਰੀਕ ਨੂੰ ਆਪਾਂ ਪਹੁੰਚੇ ਤੁਸੀਂ ਸਾਰੇ ਚਮਕੌਰ ਜੀ ਨਾਲ ਸੀ। ਉਸ ਦਿਨ ਦੀ ਮੈਨੂੰ ਅੱਜ ਵੀ ਦਿਨੋਂ ਯਾਦ ਨੇ ਜਦੋਂ ਸਾਡੇ ਉੱਪਰ ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਪਾਣੀ ਦੀਆਂ ਵਿਛਾੜਾਂ ਮਾਰੀਆਂ ਗਈਆਂ, ਸਾਡੀਆਂ ਅੱਖਾਂ ਸੁੱਜ ਚੁੱਕੀਆਂ ਸੀ। ਉਹ ਦਿਨ ਅਜੇ ਵੀ ਯਾਦ ਨੇ। ਪਰ ਉਸ ਤੋਂ ਪਿੱਛੇ ਹਟ ਕੇ ਜਥੇਬੰਦੀਆਂ ਦੇ ਫੈਸਲੇ ਦੇ ਅਨੁਸਾਰ ਅਸੀਂ ਹੌਲੀ ਹੌਲੀ ਅੱਗੇ ਵਧਦੇ ਗਏ ਔਰ ਇਸ ਪ੍ਰੋਗਰਾਮ ਨੂੰ ਇੰਨੀ ਲੰਮੀ ਕਤਾਰ ਦੇ ਵਿੱਚ ਖੜਾ ਕਰ ਦਿੱਤਾ ਵੀ ਸਰਕਾਰ ਸੋਚਣ ਤੋਂ ਵੀ ਮਜਬੂਰ ਹੋ ਚੁੱਕੀ ਹੈ। ਜਿਹੜੀ ਆਪ ਜੀ ਨੇ ਗੱਲ ਕੀਤੀ ਹੈਗੀ ਵੀ ਸਰਕਾਰ ਕਾਨੂੰਨ ਰੱਦ ਕਿਉਂ ਨਹੀਂ ਕਰਦੀ। ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਵੀ ਮੇਰੀ 56 ਇੰਚ ਦੀ ਛਾਤੀ, ਜਿਹਨੂੰ 56 ਇੰਚ ਕਹਿੰਦੇ ਆ, ਉਹ ਕਹਿੰਦਾ ਮੈਂ ਇਹਦੋਂ ਘਟਾਉਣੀ ਨਹੀਂ ਚਾਹੁੰਦਾ। ਔਰ ਦੇਸ਼ ਦਾ ਅੰਨਦਾਤਾ ਅੱਜ ਸੜਕਾਂ ਦੇ ਉੱਪਰ ਆ ਕੇ ਗੱਲ ਕਹਿੰਦਾ ਚਾਹੇ ਤੇਰੀ ਛਾਤੀ ਵੱਧ ਜਾਏ ਚਾਹੇ ਛਾਤੀ ਘੱਟ ਜਾਏ, ਤੈਨੂੰ ਕਾਨੂੰਨ ਇਹ ਰੱਦ ਕਰਨੇ ਹੀ ਪੈਣਗੇ। ਇਸ ਟਾਈਮ ਸਾਡੇ ਦੇਸ਼ ਦਾ ਸਭ ਤੋਂ ਵੱਡਾ ਕਾਨੂੰਨ ਮਾਨਯੋਗ ਸੁਪਰੀਮ ਕੋਰਟ, ਉਹਨਾਂ ਕੋਲ ਇਹ ਜੋ ਪਟੀਸ਼ਨ ਦਾਇਰ ਹੋਈ ਸੀਗੀ, ਭਾਵੇਂ ਕਿ ਸਰਕਾਰ ਨੇ ਖੁਦ ਕਰਵਾਈ ਸੀ ਪਟੀਸ਼ਨ ਦਾਇਰ, ਪਰ ਸਰਕਾਰ ਨੂੰ ਵੀ ਕਾਫੀ ਝਾੜਾਂ ਉਹਦੇ 'ਤੇ ਪਈਆਂ। ਇਹ ਗੱਲ ਕਹੀ ਗਈ ਵੀ ਤੁਸੀਂ ਸੜਕਾਂ ਖਾਲੀ ਕਰਾ ਦਿਓ। ਸਰਕਾਰ ਵੱਲੋਂ ਕਿਹਾ ਗਿਆ, ਬਹੁਤ ਕੁਝ ਲਿਖ ਕੇ ਦਿੱਤਾ ਗਿਆ, ਪਰ ਅੱਗੋਂ ਸੁਪਰੀਮ ਕੋਰਟ ਦਾ ਫੈਸਲਾ ਸੀ ਵੀ ਸੜਕਾਂ ਖਾਲੀ ਕਰਾਉਣ ਦੀ ਬਜਾਏ ਸ਼ਾਂਤਮਈ ਅੰਦੋਲਨ ਚੱਲਦਾ ਪਿਆ, ਤੁਸੀਂ ਉਹਨਾਂ ਦੇ ਹੱਕਾਂ ਦੀ ਗੱਲ ਕਰੋ, ਜੋ ਕੁਝ ਕਿਸਾਨ ਮੰਗ ਰਿਹਾ। ਚਲੋ ਉਸ ਤੋਂ ਗਾਂ ਗੱਲ ਵੱਧਦੀ ਗਈ ਔਰ ਕੇਸ ਚੱਲਦਾ ਗਿਆ। ਕੱਲ੍ਹ ਵਾਲੇ ਫੈਸਲੇ ਦੇ ਵਿੱਚ ਵੀ ਜਿਹੜਾ ਪੱਖ ਹੈ ਮੈਂ ਸਮਝਾਂਗਾ ਮਾਨਯੋਗ ਸੁਪਰੀਮ ਕੋਰਟ ਨੇ ਸਰਕਾਰ ਦਾ ਪੂਰਿਆ। ਅਸੀਂ ਉਹਨੂੰ ਇਸ ਤਰ੍ਹਾਂ ਬਰਦਾਸ਼ਤ ਨਹੀਂ ਕਰਦੇ ਹੈਗੇ। ਸਾਡੀ ਸਰਕਾਰ ਨਾਲ ਗੱਲਬਾਤ ਹੈ, ਅਸੀਂ ਖੁਦ ਸਰਕਾਰ ਨਾਲ ਹੀ ਗੱਲਬਾਤ ਚਲਾ ਕੇ ਉਸ ਮਸਲੇ ਦਾ ਹੱਲ ਕੱਢਾਂਗੇ। ਸਰਕਾਰ ਕੋਲ ਵੀ ਪਾਵਰ ਹੈਗੀ ਇਹਨੂੰ ਰੱਦ ਕਰਨ ਦੀ। ਜੇ ਸਰਕਾਰ ਕਮੀਆਂ ਕੱਢ ਸਕਦੀ ਹੈ ਅਸੀਂ ਕਮੀਆਂ ਕੱਢ ਸਕਦੇ, ਸਰਕਾਰ ਮੰਨ ਸਕਦੀ ਹੈ। ਜੇ ਸਰਕਾਰ ਇਹ ਗੱਲ ਕਹਿ ਸਕਦੀ ਵੀ ਅਸੀਂ ਇਹਦੇ ਵਿੱਚ ਸੋਧ ਕਰ ਸਕਦੇ ਹਾਂ, ਤਾਂ ਫਿਰ ਰੱਦ ਕਰਨ ਨੂੰ ਕਿੰਨਾ ਕੁ ਚਮਕੌਰ ਜੀ ਜ਼ੋਰ ਲੱਗਦਾ। ਇਹਨਾਂ ਨੂੰ ਰੱਦ ਵੀ ਕਰ ਦੇਣੇ ਚਾਹੀਦੇ ਨੇ। ਦੂਜੀ ਗੱਲ, ਸੁਪਰੀਮ ਕੋਰਟ ਨੇ 4 ਮੈਂਬਰੀ ਕਮੇਟੀ ਬਣਾਈ।
ਔਰ 4 ਮੈਂਬਰੀ ਕਮੇਟੀ ਦੇ ਵਿੱਚ ਉਹਨਾਂ ਨੇ ਇੱਕ ਤਾਂ 2 ਤਾਂ ਕਿਸਾਨ ਆਗੂ ਪਾਏ ਨੇ, 2 ਅਰਥ ਸ਼ਾਸਤਰੀ ਪਾਏ ਨੇ, ਔਰ ਅੱਜ ਕਿਸਾਨ ਆਗੂ ਭੁਪਿੰਦਰ ਸਿੰਘ ਮਾਨ ਉਹ ਆਪਣਾ ਨਾਮ ਵਾਪਸ ਲੈ ਲਿਆ, ਕਿਉਂਕਿ ਪਤਾ ਵੀ ਪੰਜਾਬ ਦੇ ਵਿੱਚ ਪਹਿਲਾਂ ਹੀ ਬੀਜੇਪੀ ਦੇ ਆਗੂਆਂ ਨੂੰ ਘੇਰਿਆ ਜਾ ਰਿਹਾ ਤੇ ਉਹਨੇ ਇਸ ਗੱਲ ਤੋਂ ਬਿਲਕੁਲ ਭਾਵੁਕ ਹੋ ਗਏ ਹੋਣਗੇ ਵੀ ਘਰ ਤਾਂ ਮੇਰਾ ਵੀ ਘੇਰਿਆ ਜਾਊਗਾ। ਚਲੋ ਮੈਂ ਸਮਝਦਾ ਵੀ ਸਹੀ ਫੈਸਲਾ ਲੈ ਲਿਆ ਸਮੇਂ ਸਿਰ, ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ ਹੈਗੀ। ਉਹ ਵੀ ਪਿੱਛੇ ਹਟ ਗਏ ਨੇ, ਇਸ ਗੱਲ ਦੀ ਵੀ ਸਰਕਾਰ ਦੇ ਮੂੰਹ ਦੇ ਉੱਪਰ ਚਪੇੜ ਲੱਗੀ ਕਿ ਅੱਜ ਉਹਨਾਂ ਨੇ ਵਾਪਸ ਲੈ ਲਿਆ ਤੇ ਬਾਕੀ ਵੀ 3 ਜਿਹੜੇ 1-2 ਦਿਨਾਂ ਦੇ ਵਿੱਚ ਵਾਪਸ ਲੈ ਗਏ। ਜਾਂ ਹੋਣਾ ਕਿ ਕਿਉਂ ਹੋਇਆ? ਕਿਉਂਕਿ ਇੰਨੇ ਦਿਨਾਂ ਤੋਂ ਧਰਨੇ ਚੱਲਦੇ ਆ, ਤੁਹਾਡੇ ਨਾਲ ਨਹੀਂ ਆਏ, ਵਿੱਚ ਨਹੀਂ ਬੈਠੇ, ਤੁਹਾਡੇ ਨਾਲ ਕਦੇ ਉਹਨਾਂ ਦੀ ਗੱਲ ਨਹੀਂ ਹੋਈ ਵੀ ਮਾਨ ਸਾਹਿਬ ਇਹ ਕੀ ਕਰਦੇ ਹੋ, ਕਿਉਂ ਕਲੰਕ ਖੜਦੇ ਆ ਕਿ ਇੱਥੇ ਕਿਸਾਨਾਂ 'ਚ ਬੈਠੋ? 14 ਸਤੰਬਰ ਨੂੰ ਮੇਰੀ ਮਾਨ ਸਾਹਿਬ ਨਾਲ ਗੱਲ ਹੋਈ ਸੀ, ਉਸ ਤੋਂ ਪਿੱਛੇ ਨਹੀਂ। ਮੈਂ 14 ਸਤੰਬਰ ਨੂੰ ਇਹ ਗੱਲ ਸਰਦਾਰ ਭੁਪਿੰਦਰ ਸਿੰਘ ਮਾਨ ਨੂੰ ਕਿਹਾ ਸੀ ਕਿ 15 ਸਤੰਬਰ ਨੂੰ ਪੂਰੇ ਪੰਜਾਬ ਦੇ ਵਿੱਚ 2 ਘੰਟੇ ਵਾਸਤੇ ਚੱਕਾ ਜਾਮ ਕੀਤਾ ਗਿਆ। ਬਹੁਤ ਜ਼ਿਆਦਾ ਗਰਮੀ ਸੀ। ਮੈਂ ਫੋਨ ਕੀਤਾ, ਮੈਨੂੰ ਜਵਾਬ ਦੇ ਗਏ। ਮੈਂ ਕਿਹਾ ਮਾਨ ਸਾਹਿਬ ਸਮਾਂ ਹੋਗਾ ਤੁਸੀਂ ਪਛਤਾਓਗੇ। ਅੱਜ ਉਹ ਸਮਾਂ ਆ ਚੁੱਕਾ। ਉਸ ਤੋਂ ਪਿੱਛੇ ਮਾਨ ਸਾਹਿਬ ਕਿਸਾਨ ਘੋਲ ਦੇ ਵਿੱਚ ਇਹਨਾਂ ਹਿੱਸਾ ਨਹੀਂ ਲਿਆ। ਜਦੋਂ 29 ਸਤੰਬਰ ਨੂੰ ਮੀਟਿੰਗ ਸੀਗੀ ਸੀਐਮ ਸਾਹਿਬ ਨਾਲ ਪੰਜਾਬ 'ਚ ਚੰਡੀਗੜ੍ਹ, ਤੇ ਉਸ ਸਮੇਂ ਸਾਡੇ ਜਾਣ ਤੋਂ ਪਹਿਲਾਂ ਬੈਠੇ ਹੋਏ ਸੀ, ਮੂਹਰੇ ਬੈਠੇ ਸੀ। ਜਦੋਂ ਜਾ ਕੇ ਫਤਿਹ ਸਾਂਝੀ ਕੀਤੀ ਔਰ ਮੇਰੇ ਵੱਲ ਉਹਨਾਂ ਦੇਖਿਆ, ਔਰ ਜਦੋਂ 5 ਬੁਲਾਰੇ ਸੀ ਨਿਯੁਕਤ ਕੀਤੇ ਹੋਏ ਸੀ 29 ਜਥੇਬੰਦੀਆਂ ਵੱਲੋਂ, ਉਹ 5 ਬੁਲਾਰਿਆਂ ਨੇ ਹੀ ਬੋਲਣਾ ਸੀ। ਅੱਜ ਪੂਰੇ ਪੰਜਾਬ 'ਚੋਂ ਅੰਦੋਲਨ ਖੜਾ ਕਰਕੇ ਦਿੱਲੀ ਦੀ ਧਰਤੀ ਤੱਕ ਲਿਆਉਣ ਦਾ ਇਹ ਸਭ ਤੋਂ ਵੱਡਾ ਮੈਂ ਸਮਝਦਾ ਵੀ ਫਰਾਕਦਿਲੀ 32 ਜਥੇਬੰਦੀਆਂ ਦੀ ਜਿਨ੍ਹਾਂ ਨੇ ਹੁਣ ਤੱਕ ਏਕੇ ਦਾ ਸਬੂਤ ਦਿੱਤਾ ਹੈ, ਉੱਥੇ ਬੋਲਣ ਲੱਗੇ ਔਰ 5 ਆਗੂਆਂ ਨੇ ਕਹਿ ਦਿੱਤਾ ਵੀ ਤੁਸੀਂ ਨਹੀਂ ਬੋਲ ਸਕਦੇ, ਤੁਸੀਂ ਅੰਦੋਲਨ ਦਾ ਹਿੱਸਾ ਹੀ ਨਹੀਂ। ਠੀਕ ਹੈ ਜੀ। ਉੱਥੇ ਬੈਠ ਗਏ। ਬਾਅਦ 'ਚ ਨਾ ਬੜਾ ਕੁਛ ਕਿਹਾ, ਇਹ ਉਹ ਮੈਂ ਬੋਲ ਸਕਦਾ, ਪਰ ਸਾਡੇ ਆਗੂਆਂ ਨੇ ਇਹ ਗੱਲ ਕਹਿ ਦਿੱਤੀ ਵੀ ਜੇ ਤੁਸੀਂ ਮੀਟਿੰਗ ਕਰਨੀ ਹੈ ਤੁਸੀਂ ਖੁਦ ਸਰਕਾਰੀ ਬੰਦੇ ਹੋ, ਜਦੋਂ ਮਰਜ਼ੀ ਇੱਥੇ ਮੀਟਿੰਗ ਕਰ ਲਓ, ਤੁਹਾਡੀ ਆਪਦੀ ਸਰਕਾਰ। ਦੇਖੋ ਜਦੋਂ ਇਦਾਂ ਦੀਆਂ ਗੱਲਾਂ ਹੋ ਜਾਣ ਤੇ ਉਹ ਬੰਦੇ ਆਪਣਾ ਨਾਮ ਨੋਮੀਨੇਟ ਕਰਾਉਣ 4 ਮੈਂਬਰੀ ਕਮੇਟੀ ਦੇ ਵਿੱਚ, ਤੇ ਫਿਰ ਬਹੁਤ ਮਾੜੀ ਗੱਲ ਹੈ, ਕੋਈ ਚੰਗੀ ਗੱਲ ਨਹੀਂ ਹੈਗੀ। ਕੀ ਉਹ ਦੇਸ਼ ਦੇ ਕਿਸਾਨ ਦਾ ਭਵਿੱਖ ਖਰਾਬ ਕਰਨਾ ਚਾਹੁੰਦੇ ਨੇ? ਕੀ ਉਹ ਦੇਸ਼ ਦੀ ਜਵਾਨੀ ਤੇ ਕਿਸਾਨੀ ਨੂੰ ਤਬਾਹ ਕਰਨਾ ਚਾਹੁੰਦੇ ਨੇ? ਬਿਲਕੁਲ ਇਹ ਹਰਕਤ ਨਹੀਂ ਅਸੀਂ ਹੋਣ ਦੇਵਾਂਗੇ। ਠੀਕ ਉਹਨਾਂ ਨੇ ਕਿਸੇ ਸਮੇਂ ਦੇ ਵਿੱਚ ਜਥੇਬੰਦੀਆਂ ਦੇ ਵਿੱਚ ਕੰਮ ਕੀਤਾ, ਕਰਦੇ ਰਹੇ ਨੇ, ਪਰ ਉਹਨੇ ਯੋਗ ਹੁਣ ਨਹੀਂ ਰਹਿ ਗਏ ਕੰਮ ਕਰਨ ਦੇ। ਮੈਂ ਤਾਂ ਕਹਿੰਦਾ ਵੀ ਉਹਨਾਂ ਨੂੰ ਘਰ ਬੈਠ ਕੇ ਮਾਲਾ ਫੇਰਨੀ ਚਾਹੀਦੀ ਹੈ ਤੇ ਰੱਬ ਕਰਨਾ ਚਾਹੀਦਾ। ਜਿੰਨਾ ਕੁਛ ਉਹ ਕਰ ਚੁੱਕੇ ਨੇ ਉਹਨਾਂ ਨੂੰ ਉਹ ਲਾਭ ਦੇ ਕੇ ਉਸ ਤੋਂ ਅੱਗੇ ਉਹਨਾਂ ਨੂੰ ਕੋਈ ਕਦਮ ਨਹੀਂ ਚੱਕਣਾ ਚਾਹੀਦਾ। ਤੇ ਜਿਹੜਾ ਉਹਨਾਂ ਨਾਮ ਵਾਪਸ ਲਿਆ, ਚਲੋ ਅਸੀਂ ਇਹ ਗੱਲ ਵਿੱਚ ਚੰਗੀ ਗੱਲ ਆ, ਸਮੇਂ ਦੇਰ ਆਏ ਪਰ ਦਰੁਸਤ ਆਏ, ਫਿਰ ਵੀ ਪਿਛਾ ਮੁੜ ਕੇ ਨਹੀਂ। ਤੁਹਾਨੂੰ ਲੱਗਦਾ ਨਹੀਂ ਵੀ ਜਿਹੜਾ ਪਰਿਵਾਰ ਹੈ, ਕਿਉਂਕਿ ਸਾਰੇ ਸਿੱਖ ਦਾ ਪਰਿਵਾਰ ਇਹ ਜਿਹਾ ਨਾ ਹੋਵੇ ਜਿਹਨਾਂ ਦੇ ਮਨ ਦੇ ਵਿੱਚ ਭਾਵਨਾ ਹੋਵੇ ਉਹਨਾਂ ਦੀ ਵਾਈਫ ਹੋ ਜਾਂਦੀ ਬੱਚੇ ਵੀ ਇਹ ਗਲਤ ਕਰ ਰਹੇ ਆ, ਹੋ ਸਕਦਾ ਉਹਨਾਂ ਨੇ ਦਬਾਅ ਬਣਾਇਆ ਹੋਵੇ ਵੀ ਇਹ ਡੈਡੀ ਜਾਂ ਉਹਨਾਂ ਦੀ ਵਾਈਫ ਨੇ ਕਿਹਾ ਹੋਵੇ ਵੀ ਗਲਤ ਕਰ ਰਹੇ ਹੋ, ਵਾਪਸ ਆ ਜਾਓ। ਦੇਖੋ ਵਾਕਿਆ ਹੀ ਇਹ ਪਰਿਵਾਰ ਦੇ ਵਿੱਚੋਂ ਗੱਲ ਹੋਈ ਹੋਵੇਗੀ, ਮੈਂ ਸਮਝਦਾ ਅਫਸਰ ਤਾਂ ਹੀ ਪਿੱਛੇ ਹਟੇ ਨੇ, ਕਿਉਂਕਿ ਜੇ ਪਹਿਲਾਂ ਤੋਂ ਲੈ ਕੇ ਇਸ ਅੰਦੋਲਨ ਵਿੱਚ ਤੁਰਦੇ ਤੇ ਸਾਨੂੰ ਇੱਕ ਨਵਾਂ ਪੁਨਰਗਠਨ ਨਾ ਕਰਨਾ ਪਿਆ। ਜੇ ਤੁਰੇ ਹੁੰਦੇ ਪਹਿਲੇ ਦਿਨ, ਮੈਂ ਬਾਅਦ ਨਾਲ ਕਹਿੰਦਾ ਅੱਜ ਮਾਨ ਸਾਹਿਬ ਹੀਰੋ। ਸਹੀ ਗੱਲ ਹੈ। ਅੱਜ ਬੈਕਫੁੱਟ ਤੇ ਚਲੇ ਗਏ ਨੇ ਇਹਨਾਂ ਗੱਲਾਂ ਤੋਂ ਹੀ। ਜਦੋਂ ਜ਼ਿਆਦਾ ਅਸੀਂ ਆਪਣੇ ਆਪ ਨੂੰ ਸਿਆਣਾ ਸਮਝਾਂਗੇ ਤੇ ਉਹ ਫਿਰ ਸਿਆਣਾ ਜਿਹੜਾ ਬੰਦਾ ਹੁੰਦਾ ਹੈ ਉਹ ਬੈਕਫੁੱਟ ਤੇ ਖੁਦ ਚਲਾ ਜਾਂਦਾ। ਇਹ ਗੁਰੂ ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ, ਇਹ ਅਕਾਲ ਪੁਰਖ ਦੇ ਵਾਸੀ ਹੈ। ਜਦੋਂ ਵਡਿਆਈ ਦਿੰਦਾ ਉਹ ਹੀ ਵਡਿਆਈ ਦਿੰਦਾ, ਜਦੋਂ ਵਡਿਆਈ ਉਹਨੇ ਖੋਹਣੀ ਹੁੰਦੀ ਉਹ ਖੋਹ ਕੇ ਲੈ ਜਾਂਦਾ। ਬਲਵੰਤ ਸਿੰਘ ਜੀ, ਜੇ ਦੇਖਿਆ ਜਾਵੇ ਆਪਾਂ ਨੂੰ ਪ੍ਰਧਾਨ ਮੰਤਰੀ ਤੋਂ ਇਹਨਾਂ ਤੋਂ ਸਰਕਾਰਾਂ ਤੋਂ ਤਾਂ ਝਾਕ ਨਹੀਂ ਰਹੀ ਸੀ। ਆਪਾਂ ਨੂੰ ਲੱਗਦਾ ਵੀ ਅਵਾਨੀ ਡਾਲੀ ਵਿਕੇ ਵੀ ਆ, ਇਹ ਜੋ ਉਹ ਬੋਲਦੇ ਆ ਉਹੀ ਇਹ ਕਰਦੇ ਆ, ਬਸ ਅੜੇ ਵੇ ਆ, ਕਿਸਾਨਾਂ ਨੂੰ ਰੋਲ ਰਹੇ। ਸੁਪਰੀਮ ਕੋਰਟ ਦੀ ਵੱਡੀਆਂ ਆਸਾਂ ਸੀ, ਉਹਨਾਂ ਨੂੰ ਨਹੀਂ ਚਾਹੀਦਾ ਸੀ ਕਿ ਇੱਥੇ ਰੋਜ਼ੂ ਸਿੰਘ ਬੈਠੇ ਨੇ, ਬਲਵੀਰ ਸਿੰਘ ਰਾਜੇ ਆਇਆ, ਡਾਕਟਰ ਦਰਸ਼ਨਪਾਲ ਆ, ਬਲਵੰਤ ਸਿੰਘ ਬ੍ਰਹਮਕੇ ਆ, ਇਹਨਾਂ ਨੂੰ ਕਹੋਗੇ, ਇਹਨਾਂ ਨਾਲ ਗੱਲ ਕਰਦੇ ਵੀ ਤੁਸੀਂ ਕੀ ਮੰਗਦੇ ਹੋ, ਜਾਂ ਤੁਹਾਡੀ ਕਮੇਟੀ ਬਣਾਉਂਦੇ। ਜਿਹੜੇ ਬੰਦਿਆਂ ਦਾ ਕੋਈ ਵਾਹ ਵਾਸਤਾ ਨਹੀਂ ਅੰਦੋਲਨ ਦਾ, ਉਹਨਾਂ ਜਾ ਕੇ ਕਮੇਟੀ 'ਚ ਪਾਤਾ। ਤੁਹਾਨੂੰ ਲੱਗਦਾ ਨਹੀਂ ਉੱਥੇ ਵੀ ਇਹ ਦਬਾਅ ਬਣਾ ਕੇ ਮੋਦੀ ਵਾਲ ਤੋਂ? ਦੇਖੋ ਜਿੱਦਾਂ ਦੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਦੀਆਂ ਅਦਾਲਤਾਂ ਹੁੰਦੀਆਂ, ਉਹ ਸ਼ੁਰੂ ਤੋਂ ਲੈ ਕੇ ਆਪਾਂ ਦੇਖਦੇ ਆਉਂਦੇ। ਉਹਨਾਂ ਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਹੈਗਾ। ਜਿਹੜੀ 4 ਮੈਂਬਰੀ ਕਮੇਟੀ ਬਣਾਈ ਗਈ ਆ ਉਹ ਸਰਕਾਰ ਦੇ ਪੱਖ ਵਿੱਚ ਬਣਾਈ ਗਈ ਆ ਸੁਪਰੀਮ ਕੋਰਟ ਨੇ ਕਿ ਇਹ ਲੈਣਾ ਮੀਟਿੰਗ ਕਰਨਗੇ। ਅਸੀਂ ਕਮੇਟੀ ਬਣਨ ਤੋਂ ਪਹਿਲਾਂ ਹੀ ਸਾਡੇ ਬੁਲਾਰੇ ਬਹੁਤ ਸਿਆਣੇ ਨੇ, ਬਲਵੀਰ ਸਿੰਘ ਰਾਜੇਵਾਲ ਜੀ, ਕੁਲਵੰਤ ਸਿੰਘ ਸੰਧੂ ਜੀ, ਡਾਕਟਰ ਦਰਸ਼ਨਪਾਲ ਜੀ, ਜਿਸ ਤਰ੍ਹਾਂ ਰੂਪੀ ਸਿੰਘ ਮਾਨਸਾ, ਜਗਜੀਤ ਸਿੰਘ ਡੱਲੇਵਾਲ ਜੀ, ਬਹੁਤ ਸਿਆਣੇ ਨੇਤਾ ਨੇ। ਜਿੰਨੇ ਕਹਿ ਲਈ ਉਹਨਾਂ ਥੋੜ੍ਹਾ,
ਇਹਨਾਂ ਨੇਤਾਵਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਅਸੀਂ ਕਿਸੇ ਵੀ ਕਮੇਟੀ ਨੂੰ ਨਾ ਮਨਜ਼ੂਰ ਕਰਦੇ ਹਾਂ ਔਰ ਅਸੀਂ ਹੋਰ ਨਿੰਦਿਆ ਕਰਦੇ ਹਾਂ, ਅਸੀਂ ਕਮੇਟੀ ਨਾਲ ਕੋਈ ਗੱਲਬਾਤ ਨਹੀਂ ਕਰਾਂਗੇ, ਨਾ ਕੋਈ ਮੀਟਿੰਗ ਸਾਡੀ। ਆ ਜਿਹੜੀ ਮੀਟਿੰਗ ਹੋਣੀ ਆ ਹੁਣ ਕੱਲ੍ਹ ਨੂੰ ਹੋਣ ਜਾ ਰਹੀ ਹੈ, ਇਹਦੇ ਵਿੱਚ ਕਿਵੇਂ ਲੱਗਦਾ ਤੁਹਾਨੂੰ? ਲੱਗਦਾ ਹੈ ਵੀ ਕੋਈ ਨਿਕਲੂਗਾ ਸਿੱਟਾ ਕਿ ਪਹਿਲਾਂ ਵਾਂਗੂ ਹੋਊਗਾ ਵੀ ਆਪਦੇ ਉਹ ਪੀਆਂ ਨੂੰ ਜਾਂ ਆਪਦੇ ਸੈਕਟਰਾਂ ਨੂੰ ਹੀ ਪੁੱਛੀ ਜਾਂਦੇ ਆ ਵੀ ਇਹ ਕਿਵੇਂ ਹੋਣਾ ਚਾਹੀਦਾ? ਕਹਿੰਦੇ ਆਪਣੇ ਜਦੋਂ ਆਗੂ ਜਵਾਬ ਦਿੰਦੇ ਉਹਨਾਂ ਨੂੰ ਉਮਰ ਨੂੰ ਜਵਾਬ ਨਹੀਂ ਆਉਂਦਾ। ਕਿਵੇਂ ਦੇਖਦੇ ਮੀਟਿੰਗ ਬਾਰੇ? ਕਿਵੇਂ ਦੇਖਦੇ? ਬਿਲਕੁਲ ਚਮਕੌਰ ਜੀ, ਅਸੀਂ ਹਰ ਵਾਰੀ ਬੜੀਆਂ ਵੱਡੀਆਂ ਆਸਾਂ ਤੇ ਉਮੀਦਾਂ ਲੈ ਕੇ ਜਾਂਦੇ। ਸਾਨੂੰ ਪੰਜਾਬ ਦੇ ਵਿੱਚੋਂ ਇੱਕ ਦਿਨ ਪਹਿਲਾਂ ਹੀ, ਜਦੋਂ ਕੱਲ੍ਹ ਨੂੰ ਮੀਟਿੰਗ ਹੈ, ਸ਼ਾਮ ਨੂੰ ਫੋਨ ਆਉਣੇ ਸ਼ੁਰੂ ਹੋ ਜਾਣੇ ਨੇ। ਸਾਨੂੰ ਪੁੱਛਿਆ ਜਾਵੇਗਾ ਕਿ ਕੱਲ੍ਹ ਦੀ ਮੀਟਿੰਗ 'ਚ ਕੀ ਹੋਵੇਗਾ, ਰੱਦ ਹੋਣਗੇ ਜਾਂ ਨਹੀਂ ਹੋਣਗੇ। ਦੇਖੋ, ਰੱਦ ਹੋਣਗੇ ਜਾਂ ਨਹੀਂ ਹੋਣਗੇ ਇਹ ਅਗਲੀ ਗੱਲ ਹੈ, ਇਹਦੇ ਵਾਸਤੇ ਕੋਈ ਵੀ ਚਰਚਾ ਨਹੀਂ ਕਰ ਸਕਦਾ, ਦੱਸ ਨਹੀਂ ਸਕਦਾ ਹੈਗਾ। ਇਹ ਅਕਾਲ ਪੁਰਖ ਦੇ ਵਾਸਤੇ ਅਸੀਂ ਸ਼ਾਂਤਮਈ ਅੰਦੋਲਨ ਲੜਦੇ ਪਏ, ਸ਼ਾਂਤਮਈ ਹੀ ਰੱਖਾਂਗੇ ਤੇ ਸ਼ਾਂਤਮਈ ਪ੍ਰੋਗਰਾਮ ਰੱਖ ਕੇ ਹੀ ਜਿੱਤ ਪ੍ਰਾਪਤ ਕਰਕੇ ਚਮਕੌਰ ਜੀ ਕਰਨੀ। ਇੱਕ ਜਿਹੜਾ ਜੀ ਆਪਾਂ 26 ਜਨਵਰੀ ਦਾ ਪ੍ਰੋਗਰਾਮ ਹੈ, ਇਹ ਜਥੇਬੰਦੀਆਂ ਨੇ ਕਿਹੋ ਜਿਹਾ ਪ੍ਰੋਗਰਾਮ ਦਿੱਤਾ ਹੈ ਵੀ ਆਪਾਂ ਇਸ ਤੋਂ ਅੱਗੇ ਲੰਘ ਕੇ ਜਾਣਾ, ਮਾਰਚ ਕਰਨੀ, ਜੇ ਸਰਕਾਰ ਰੋਕੂਗੀ ਬੈਰੀਕੇਡ ਤੋੜ ਦੇ? ਕਿਉਂਕਿ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖੋ ਨਾ, ਅਸੀਂ ਪੰਜਾਬ ਤੋਂ ਆਏ ਆ, ਨੌਜਵਾਨ ਬੜੇ ਟਰੈਕਟਰ ਇਹੋ ਜਿਹੇ ਤਿਆਰ ਕਰ ਰਹੇ ਨੇ, ਮੂਹਰੇ ਜਿਹੜੇ ਬੰਪਰ ਵੱਡੇ ਵੱਡੇ ਲਾ ਲਏ, ਉੱਤੇ ਜਾਲੀਆਂ ਲਾ ਲਈਆਂ, ਕਦੇ ਰੋੜਾ ਨਾ ਵੱਜੇ, ਡੰਡਾ ਨਾ ਵੱਜੇ, ਬੈਰੀਕੇਡ ਭੰਨ ਕੇ ਲੰਘ ਜਾਂਦੀ। ਕੋਈ ਆਪਣੇ ਜਥੇਬੰਦੀਆਂ ਨੇ ਇਹ ਪ੍ਰੋਗਰਾਮ ਦਿੱਤਾ ਹੈ ਕਿ ਆਪੇ ਉਲੀਕੀ ਜਾਂਦੇ? ਦੇਖੋ, ਇਹ ਚਮਕੌਰ ਜੀ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਵੀ ਜੋ 32 ਕਿਸਾਨ ਜਥੇਬੰਦੀਆਂ ਔਰ ਸੰਯੁਕਤ ਕਿਸਾਨ ਮੋਰਚਾ, ਜਿੰਨੇ ਵੀ ਆਗੂ ਸਾਹਿਬਾਨ ਨੇ, ਕਿਸੇ ਨੇ ਇਹ ਨਹੀਂ ਗੱਲ ਕਹੀ ਵੀ ਅਸੀਂ ਬੈਰੀਕੇਡ ਤੋੜ ਕੇ ਲੰਘਣਾ, ਕਿਸੇ ਨੇ ਇਹ ਗੱਲ ਨਹੀਂ ਕਹੀ ਵੀ ਸਾਡੇ ਮੁੰਡੇ ਲੱਖ ਲੱਖ, 1.5 ਲੱਖ, 50,000 ਰੁਪਈਆ ਲਾ ਕੇ ਟਰੈਕਟਰ ਤਿਆਰ ਕਰਕੇ ਲਿਆਉਣ। ਅਸੀਂ ਆਪਣੇ ਨੌਜਵਾਨਾਂ ਨੂੰ ਪੁਰਜੋਰ ਅਪੀਲ ਕਰਦੇ ਹਾਂ ਵੀ ਆਪਣੇ ਮਾਪਿਆਂ ਨੂੰ ਕਰਜ਼ਾਈ ਨਾ ਕਰੋ, ਕੋਈ ਪੈਸਾ ਲਾਉਣ ਦੀ ਲੋੜ ਨਹੀਂ। ਅਸੀਂ ਇੱਕ ਰੋਸ ਦਿਖਾ ਰਹੇ ਹਾਂ ਇਹਨਾਂ ਕਾਨੂੰਨਾਂ ਦੇ ਵਿਰੋਧ ਵਿੱਚ, ਉਹ ਰੋਸ ਵੱਡੀ ਪੱਧਰ ਤੇ ਦਿਖਾਈਏ। ਜੇ ਸਾਨੂੰ ਅੱਗੇ ਨਾ ਜਾਣ ਦਿੱਤਾ ਜਾਵੇਗਾ, ਕੱਲ੍ਹ ਵਾਲੀ 15 ਦੀ ਮੀਟਿੰਗ ਤੋਂ ਉਸੇ ਵੇਲੇ ਸਾਡੇ ਆਗੂ ਸਾਹਿਬਾਨ ਮੀਟਿੰਗ ਰੱਖ ਕੇ ਤੈਅ ਕਰਨਗੇ ਵੀ ਆਉਣ ਵਾਲੀ ਰਣਨੀਤੀ ਕੀ ਹੋਵੇ। ਜਿਹੜੇ ਪੰਜਾਬ ਤੇ ਦੇਸ਼ ਵਿਦੇਸ਼ ਦੇ ਵਿੱਚ ਵੱਡੀ ਪੱਧਰ ਤੇ ਆਪਾਂ ਨੂੰ ਦੇਖ ਰਹੇ ਨੇ, ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਕਹਿੰਦੇ 24 ਨੂੰ ਵੱਡਾ ਇਕੱਠ ਹੋ ਜਾਣਾ, ਬਹੁਤ ਲੋਕ ਆ ਜਿਹੜੇ ਤਿਆਰੀ ਕਰ ਰਹੇ, ਪਿੰਡਾਂ ਦੇ ਵਿੱਚੋਂ ਫੰਡ ਵੀ ਇਕੱਠਾ ਕਰ ਰਹੇ ਨੇ, ਟਰੈਕਟਰ ਵੀ ਕਿਹਾ ਵੀ ਆਪਾਂ ਵੱਧ ਤੋਂ ਵੱਧ ਪਿੰਡਾਂ ਦੇ ਵਿੱਚੋਂ ਲੈ ਕੇ ਜਾਣਾ। ਕੀ ਅਪੀਲ ਕਰਨਾ ਚਾਹੁੰਦੇ? ਦੇਖੋ, ਜੋ ਪਿੰਡਾਂ ਦੇ ਵਿੱਚ ਸਾਡੇ ਕਿਸਾਨ ਭਰਾ ਬੈਠੇ ਨੇ, ਮਾਤਾਵਾਂ ਨੇ, ਨੌਜਵਾਨ ਨੇ, ਬਜ਼ੁਰਗ ਸਾਹਿਬਾਨ ਨੇ, ਅਸੀਂ ਇਹੋ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਔਰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਹੋਰ ਜ਼ੋਰ ਅਪੀਲ ਕਰਨਾ ਚਾਹੁੰਦੇ ਹਾਂ ਵੀ ਬਿਲਕੁਲ ਆਪਣੇ ਬੱਚਿਆਂ ਨੂੰ ਸਮਝਾ ਕੇ ਦਿੱਲੀ ਵੱਲ ਨੂੰ ਭੇਜਿਆ ਜਾਵੇ। ਉਹਨਾਂ 22 ਨੂੰ ਤੁਰਨਾ, 23 ਨੂੰ ਤੁਰਨਾ, ਟਰੈਕਟਰ ਬੜੇ ਸਲੋ ਸਪੀਡ ਤੇ ਲਿਆਂਦੇ ਜਾਣ, ਤੇਜ਼ ਟਰੈਕਟਰ ਨਾ ਭਜਾਏ ਜਾਣ, ਕਿਉਂਕਿ ਜਦੋਂ ਮਾਵਾਂ ਦੇ ਪੁੱਤ ਚਲੇ ਜਾਂਦੇ ਨੇ ਦੁਬਾਰਾ ਉਹਨਾਂ ਨੂੰ ਮੋੜਨਾ ਬਹੁਤ ਮੁਸ਼ਕਲ ਹੁੰਦਾ। ਤੇ ਅਸੀਂ ਨੌਜਵਾਨਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ, ਨਾ ਅਸੀਂ ਕੋਈ ਬੈਰੀਕੇਡ ਤੋੜਨ ਵਾਸਤੇ ਇੱਥੇ ਗੱਲ ਕਰ ਰਹੇ ਹਾਂ, ਬੁਲਾ ਰਹੇ ਹਾਂ, ਨਾ ਹੀ ਕੋਈ ਹੁੱਲੜਬਾਜ਼ੀ ਵਾਸਤੇ ਬੁਲਾ ਰਹੇ ਹਾਂ। ਅਸੀਂ ਤਾਂ ਕੇਵਲ ਤੇ ਕੇਵਲ ਸ਼ਾਂਤਮਈ ਟਰੈਕਟਰ ਪਰੇਡ ਕਰਕੇ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ। ਸਰਕਾਰ ਸਾਨੂੰ ਕਹਿੰਦੀ ਸੀ ਮੁੱਠੀ ਭਰ ਲਓ, ਪਰ 23, 24, 25 ਨੂੰ ਤੇ 26 ਤਰੀਕ ਨੂੰ ਪਤਾ ਲੱਗ ਜਾਏਗਾ ਕਿ ਅਸੀਂ ਮੁੱਠੀ ਭਰਾਂ ਕਿ ਅਸੀਂ ਕਰੋੜਾਂ ਦੀ ਤਾਦਾਦ ਵਿੱਚ ਦਿੱਲੀ ਨੂੰ ਇੱਥੇ ਆਣ ਕੇ ਬੈਠਾਂਗੇ। ਬਲਵੰਤ ਸਿੰਘ ਜੀ, ਕੋਈ ਗੱਲ ਹੋਈ ਆਪਾਂ ਨੂੰ ਵੀ ਸਾਨੂੰ ਲੰਘਣ ਦਿੱਤਾ ਜਾਵੇ, ਅਸੀਂ ਕਿਸਾਨਾਂ ਨੇ ਪਰੇਡ ਕਰਨੀ? ਪਹਿਲੀ ਵਾਰ ਹੋ ਰਿਹਾ ਇਤਿਹਾਸ 'ਚ ਕਿ ਕਿਸਾਨ ਆਪਦੀ ਟਰੈਕਟਰ ਲੈ ਕੇ ਪਰੇਡ 'ਚ ਜਾਏ। ਦੇਖੋ ਚਮਕੌਰ ਜੀ, ਇਹ ਕੱਲ੍ਹ ਵਾਲੀ ਮੀਟਿੰਗ ਤੋਂ ਬਾਅਦ ਤੈਅ ਹੋਵੇਗਾ। ਅਜੇ ਇਹਦੇ ਉੱਤੇ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ ਹੈਗੇ, ਕਿਉਂਕਿ ਜਦੋਂ ਵੀ ਸਾਡੀ ਸਰਕਾਰ ਨਾਲ ਮੀਟਿੰਗ ਹੁੰਦੀ ਆ, ਮੀਟਿੰਗ ਤੋਂ ਬਾਅਦ ਹੀ ਸਾਡੀ ਗੱਲਬਾਤ ਬਾਹਰ ਆਉਂਦੀ ਹੈ ਵੀ ਅਗਲੀ ਰਣਨੀਤੀ ਸਾਡੀ ਕੀ ਹੋਵੇਗੀ। ਪਰ ਅਸੀਂ ਫਿਰ ਅਪੀਲ ਕਰਨਾ ਚਾਹੁੰਦੇ ਹਾਂ, ਸ਼ਾਂਤਮਈ ਪ੍ਰੋਗਰਾਮ ਰੱਖੇ ਜਾਣ। 115 ਕਿਸਾਨ ਅੱਗੇ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ ਤੇ ਮੈਂ ਬੇਨਤੀ ਕਰਨਾ, ਰੋਜ਼ਾਨਾ 2 ਲਾਸ਼ਾਂ ਇੱਥੋਂ ਬਾਰਡਰਾਂ ਦੇ ਉੱਪਰੋਂ ਪੰਜਾਬ ਨੂੰ, ਹੋਰ ਸਟੇਟਾਂ ਨੂੰ ਜਾ ਰਹੀਆਂ ਨੇ ਤੇ ਸਾਡੇ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ, ਅਸੀਂ ਤਰਲਾ ਪਾ ਕੇ ਕਹਿੰਦੇ ਹਾਂ ਵੀ ਆਹ ਡੈਕ ਵਜਾਉਣੇ, ਭੰਗੜੇ ਪਾਉਣੇ, ਸ਼ਰਾਬ ਪੀਣੀ ਬੰਦ ਕਰ ਦੇਣ। ਇਹਦੇ ਵਿੱਚ ਕੁਝ ਨਹੀਂ ਪਿਆ ਹੈਗਾ। ਅੱਜ ਲਾਸ਼ਾਂ ਜਾ ਰਹੀਆਂ ਨੇ, ਕੱਲ੍ਹ ਨੂੰ ਕੋਈ ਪਤਾ ਨਹੀਂ ਇਤਿਹਾਸ ਵਿੱਚ ਕੀ ਹੋਣਾ, ਕੀ ਨਹੀਂ ਹੋਣਾ, ਇਹ ਪ੍ਰਮਾਤਮਾ ਜਾਣਦਾ। ਕਾਨੂੰਨ ਤਾਂ ਰੱਦ ਹੋਣਗੇ ਚਮਕੌਰ ਜੀ। ਸਾਨੂੰ ਆ ਕੱਲ੍ਹ ਲੋਹੜੀ ਲੰਘੀ ਆ, ਇਹਦੇ ਵਿੱਚ ਜਿੱਥੇ ਕਾਲੇ ਤੇਲ ਸਾੜੇ ਜਾਂਦੇ ਸੀ, ਕੱਲ੍ਹ ਕਾਲੇ ਕਾਨੂੰਨ ਸਾੜ ਕੇ ਲੋਹੜੀ ਮਨਾਈ ਆ। ਭਾਵੇਂ ਸਾਨੂੰ 10 ਲੋਹੜੀਆਂ ਲੰਘ ਜਾਣ ਇੱਥੇ, ਅਸੀਂ ਘਰ ਉਹਨਾਂ ਚਿਰ ਨਹੀਂ ਜਾਵਾਂਗੇ ਜਿੰਨਾ ਚਿਰ ਕਾਨੂੰਨ ਰੱਦ ਹੋਵੇ। ਇੱਕ ਹੋਰ ਆ ਬਲਵੰਤ ਜੀ, ਅੱਜ ਜਦੋਂ ਮੈਂ ਦੇਖਿਆ, ਰਾਤ ਵੀ ਇੱਥੇ ਦੇਖਿਆ, ਵੱਡੀਆਂ ਲਾਈਨਾਂ ਲੱਗੀਆਂ ਸੀ, ਰਸਤਿਆਂ ਦੇ ਵਿੱਚ ਖੜੇ ਸੀ ਲੋਕੀ ਜਾਣਾ ਲਈ। ਮੈਨੂੰ ਉਹ ਸੀਨ ਚੇਤੇ ਆਇਆ 27 ਨੂੰ ਰਾਤ ਨੂੰ, ਜਦੋਂ ਆਪਾਂ ਇੱਥੇ ਪ੍ਰਸ਼ਾਦਾ ਛਕਦੇ ਸੀ, ਇੱਕ ਤੰਦੂਰ ਆਪਣਾ ਚੱਲਦਾ ਸੀ, ਲੋਕ ਬੈਠੇ ਸੀ, ਬਹੁਤ ਘੱਟ, ਲੰਗਰ ਹੈ ਨਹੀਂ ਸੀ ਉੱਥੇ ਕੋਈ ਵੀ।
ਅੱਜ ਨੌਜਵਾਨਾਂ ਤੁਹਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀਆਂ ਜਿਹੜੇ ਲੋਗੋ ਵਾਲੀਆਂ ਬਲੈਂਡਾਂ ਪਾਈਆਂ ਬੜੇ ਡਟੇ ਹੋਏ ਨੇ। ਇਹ ਮੁੰਡੇ ਕਿੱਥੋਂ ਨੇ, ਆਪਣੇ ਮੋਗੇ ਤੋਂ ਤੁਹਾਡੇ ਨਾਲ ਆਉਂਦੇ ਨੇ ਜਾਂ ਕਿੱਥੋਂ ਆਏ ਨੇ? ਬਹੁਤ ਵਧੀਆ, ਕਈ ਦਿਨਾਂ ਤੋਂ ਸੇਵਾ ਕਰ ਰਹੇ ਨੇ, ਮੈਂ ਦੇਖ ਰਿਹਾ। ਇਹਨਾਂ ਬਾਰੇ ਵੀ ਜ਼ਰੂਰ ਦੱਸੋ ਸਾਨੂੰ। ਬੌਰ ਜੀ, ਇਹ ਮੇਰੇ ਤੋਂ ਵੱਡੇ ਭਰਾ ਵੀ ਕੁਛ ਵਿੱਚ ਹੈਗੇ ਨੇ ਤੇ ਕਾਫੀ ਤੌਰ ਤੇ ਨੌਜਵਾਨ ਮੇਰੇ ਤੋਂ ਛੋਟੇ ਨੇ। ਮੈਂ ਇਹਨਾਂ ਦੇ ਜਜ਼ਬੇ ਨੂੰ ਸਲਾਮ ਕਰਦਾ। ਇਹ 15ਵਾਂ 16ਵਾਂ ਲੰਗਰ ਇਸ ਟਾਈਮ ਤੇ ਲੱਗਦਾ ਔਰ ਇਹਨਾਂ ਵਿੱਚ ਇੰਨਾ ਜ਼ਿਆਦਾ ਇੱਕਾ ਸ਼ਨੀ ਵੀਰ ਜੀ ਬੈਠੇ ਹੋਏ ਨੇ, ਤੇਜਿੰਦਰ ਭਾਜੀ ਨੇ, ਬਲਜੀਤ ਪਿੰਟਰ ਜੀ ਬੈਠੇ ਹੋਏ ਨੇ ਔਰ ਬੂਟਾ ਵੀਰ ਜੀ ਨੇ। ਸਾਰਿਆਂ ਦੇ ਨਾਮ ਨਹੀਂ ਲੈ ਸਕਦੇ, ਉਹ ਯਾਦ ਨਹੀਂ ਹੈਗੇ। ਸਾਰੇ ਨੌਜਵਾਨਾਂ ਦੀ ਅਸੀਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਔਰ ਸਾਡੇ ਸਤਿਕਾਰਯੋਗ ਸਰਦਾਰ ਫਰਮਾਨ ਸਿੰਘ ਸੰਧੂ ਪੰਜਾਬ ਪ੍ਰਧਾਨ ਵੱਲੋਂ ਇਹਨਾਂ ਦਾ ਸਤਿਕਾਰ ਕਰਦੇ ਆ ਕਿ ਜਿਸ ਦਿਨ ਤੋਂ ਇੱਥੇ ਆਏ ਹੋਏ ਨੇ ਇਹਨਾਂ ਨੇ ਲੰਗਰ ਦੀ ਰੂਪ ਰੇਖਾ ਹੀ ਬਦਲ ਦਿੱਤੀ। ਜੇ ਮੈਂ ਇਹ ਗੱਲ ਕਹਾਂ ਕਿ 버ਗਰਾਂ ਦਾ ਲੰਗਰ ਲਾਉਣਾ, ਸੈਂਡਵਿਚ ਦਾ ਲੰਗਰ ਲਾਉਣਾ, ਖੀਰ ਬਣਾ ਲੈਣੀ, ਬਦਾਨਾ ਕੱਢ ਲੈਣਾ, ਜਲੇਬੀਆਂ ਹਰੇ ਰੰਗ ਦੀਆਂ ਕੱਢ ਲੈਣੀਆਂ, ਪਕੌੜੇ ਬਣਾ ਲੈਣੇ, ਮੈਂ ਨਾ ਵੀ ਭਾਂਤ ਭਾਂਤ ਦੇ ਲੰਗਰ ਤਿਆਰ ਕਰ ਰਹੇ ਨੇ। ਹਰੇਕ ਪ੍ਰਾਣੀ ਨੂੰ, ਹਰੇਕ ਵਿਅਕਤੀ ਨੂੰ, ਹਰੇਕ ਮੁਕਾਮਾਂ ਨੂੰ, ਭੈਣਾਂ ਨੂੰ, ਬੱਚਿਆਂ ਨੂੰ ਇੱਥੋਂ ਲੰਗਰ ਛਕਣ ਦੀ ਇਜਾਜ਼ਤ ਹੈਗੀ ਹੈ। ਜੋ ਮਰਜ਼ੀ ਆਏ ਛਕ ਕੇ ਜਾਵੇ, ਜੋ ਬਣਿਆ ਇਹਨਾਂ ਕੋਲ ਅਸੀਂ ਛਕਾਵਾਂਗੇ। ਇਹ ਇਹਨਾਂ ਦੀ ਦੇਣ ਹੈ। ਜਿਵੇਂ ਆ ਪਿੰਡਰ ਸਾਹਿਬ ਭਾਈ ਸਾਹਿਬ ਸਾਡੇ ਕੋਲ ਨੇ ਔਰ ਤੇਜਿੰਦਰ ਭਾਜੀ ਖੜੇ ਨੇ, ਇਹਨਾਂ ਦੀ ਸਭ ਤੋਂ ਵੱਡੀ ਦੇਣ ਹੈਗੀ, ਕਿਉਂਕਿ ਘਰ ਵਿੱਚੋਂ ਇੱਕ ਵਾਰ ਦਿੱਲੀ ਆਉਣਾ ਹੋਵੇ ਨਾ ਬਹੁਤ ਔਖਾ ਹੈ। ਹਾਂ, ਮੋਗੇ ਤੋਂ ਫਤਿਹਗੜ੍ਹ, ਪਿੰਤੂਰ ਜ਼ਿਲ੍ਹਾ ਮੋਗਾ, ਹੋਰ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚੋਂ ਇਹਨਾਂ ਦਾ ਆਪਣਾ ਗਰੁੱਪ ਬਣਾਇਆ ਹੋਇਆ। ਉਸ ਗਰੁੱਪ ਦੇ ਤਹਿਤ ਇੱਥੇ ਸੇਵਾ ਕਰਦੇ ਪਏ ਨੇ ਔਰ ਸਾਡੇ ਤੋਂ ਜੋ ਕੁਛ ਇਹ ਕਹਿਣ ਅਸੀਂ ਉਹਨਾਂ ਨੂੰ ਉਸੇ ਵੇਲੇ ਹਾਜ਼ਰ ਕਰਦੇ, ਜੋ ਵੀ ਸਾਨੂੰ ਕਹਿੰਦੇ ਨੇ। ਪਰ ਬਾਕੀ ਆਪ ਹੀ ਸੇਵਾ ਖੁਦ ਬਹੁਤ ਕਰਦੇ ਪਏ ਨੇ। ਜਿਵੇਂ ਪਿੰਡਾਂ ਵਿੱਚੋਂ ਦੁੱਧ ਇਕੱਠਾ ਕਰ ਲੈਣਾ, ਜਿਹੜੇ ਹੋਰ ਸਾਡੇ ਭਰਾ ਉੱਥੇ ਬੈਠੇ ਹੋਏ ਨੇ ਮੁਲਾਜ਼ਮ ਵੀਰ, ਉਹ ਸਾਨੂੰ ਫੋਨ ਕਰਦੇ ਨੇ, ਮੈਂ ਉਹਨਾਂ ਨੂੰ ਕਹਿ ਦਿੰਦਾ, ਉਹ ਫਿਰ ਇਹਨਾਂ ਨਾਲ ਟਾਈ ਅਪ ਕਰਾ ਦਈਦਾ। ਇਹ ਫਿਰ ਦੁੱਧ ਉੱਥੋਂ ਜਾ ਕੇ ਤੇ ਲੈ ਇੱਥੇ ਜਾ ਕੇ ਖੀਰ ਬਣਾਤੀ, ਕਾਜੂ ਬਦਾਮਾਂ ਵਾਲੀ ਕੁਛ ਬਣਾਤਾ। ਚਾਹ ਆਪਾਂ ਵੀ ਸਕੀ ਸੀ ਅੰਦਰ ਦੋਖੀ ਤੋੜਦੀ ਹੈ ਚਾਹ। ਬਸ ਇਸੇ ਤਰ੍ਹਾਂ ਹੀ ਇਹਨਾਂ ਨੂੰ ਤਜਰਬਾ ਬਹੁਤ ਹੈ ਇਸ ਗੱਲ। ਜਦੋਂ ਮੈਂ ਵੀ ਸਟੇਜ ਤੋਂ ਆਉਣਾ ਤੇ ਮੈਨੂੰ ਵੀ ਪ੍ਰਸ਼ਾਦਾ ਜਦੋਂ ਛਕਾਉਂਦੇ ਨੇ ਤੇ ਮੈਂ ਇਹਨੂੰ ਐ ਸਮਝਦਾ ਵੀ ਜਿਵੇਂ ਮੇਰੀ ਮਾਂ ਤੇ ਮੇਰੀ ਧਰਮ ਪਤਨੀ ਮੈਨੂੰ ਪ੍ਰਸ਼ਾਦਾ ਛਕਾ। ਬੋਲੇ ਸੋਨਿਹਾਲ। ਸਤਿ ਸ੍ਰੀ ਅਕਾਲ। ਸਭ ਤੋਂ ਫਰਾਕ ਦਿਲੀ ਹੈ ਕਿਉਂਕਿ ਮੈਂ ਅੰਦਰੋਂ ਕਈ ਗੱਲਾਂ ਨਹੀਂ ਸੀ ਕੱਢਣੀਆਂ ਚਾਹੁੰਦਾ ਵੀ ਕਈ ਵਾਰ ਮੇਰੇ ਭਰਾ ਨੇ, ਛੋਟੇ ਵੀਰ ਨੇ, ਇਹ ਭਾਵਕ ਨਾ ਹੋਣ, ਪਰ ਮੈਂ ਇਹਨਾਂ ਦੇ ਪੈਰ ਦੇ ਗੁੱਠੇ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਇਹਨਾਂ ਦੀ ਕਦਰ ਕਰਦਾ। ਇਹਨਾਂ ਦੀ ਬਦੌਲਤ ਹੀ ਅਸੀਂ ਇੱਥੇ ਬੈਠੇ। ਜੇ ਨੌਜਵਾਨ ਨਾ ਹੁੰਦਾ ਤੇ ਜਿਹੜੇ ਆਗੂ ਸੀ ਉਹਨਾਂ ਦਾ ਪਤਾ ਨਹੀਂ ਕੀ ਬਣਦਾ। ਇਹ ਪ੍ਰਮਾਤਮਾ ਜਾਣਦਾ ਸੀ। ਸਾਨੂੰ ਨੌਜਵਾਨ ਨੇ ਨਵੀਂ ਦਿੱਖ ਦਿੱਤੀ, ਨਵਾਂ ਰਸਤਾ ਦਿਖਾਇਆ, ਨਵੇਂ ਚਿਹਰੇ ਦਿਖਾਏ ਨੇ। ਅਸੀਂ ਫਿਰ ਅੰਤ ਵਿੱਚ ਇਹਨਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ। ਪ੍ਰਮਾਤਮਾ ਇਹਨਾਂ ਦੀ ਲੰਮੀ ਉਮਰ ਕਰੇ, ਇਹ ਇਸੇ ਤਰ੍ਹਾਂ ਸੇਵਾਵਾਂ ਕਰਦੇ ਰਹਿਣ ਤੇ ਸਾਡੇ ਨਾਲ ਜੁੜੇ ਰਹਿਣ, ਸਾਡਾ ਪਿਆਰ ਇਸੇ ਤਰ੍ਹਾਂ ਬਣੇ। ਆਪਾਂ ਥੋੜਾ ਜਿਹਾ ਇਹਨਾਂ ਲਈ ਵੀ ਫਤਿਹ ਵੀ ਬੁਲਵਾ ਦਿੰਦੇ ਆ ਕਿ ਇਸ ਕੀ ਨਾਮ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਦਲਜੀਤ ਸਿੰਘ, ਪਿੰਡ ਧਰਮ ਸਿੰਘ ਵਾਲਾ। ਨਾਲ ਬਾਈ ਜੀ ਮੇਰੇ ਸਣੀ ਜੀ ਕਿਲੀ ਗਾਂਧਰਾ ਤੋਂ, ਇਹ ਮੇਰਾ ਵੀਰ ਤੇਜਿੰਦਰ ਸਿਲਵਰੇ ਪਿੰਡ ਤੋਂ, ਬਠਿੰਡਾ ਜ਼ਿਲ੍ਹਾ। ਇਹ ਬਾਈ ਜੀ ਮਾਨਾ ਪਿੰਡ ਤੋਂ, ਮੁਕਤਸਰ ਤੋਂ ਨੇ। ਨਾਲ ਸਾਡੀ ਸਾਰੀ ਟੀਮ ਬਣੀ ਹੋਈ ਆ, ਸਾਡੇ ਨਾਲ ਸਰਪੰਚ ਵੀ ਤੇ ਕਿਲੀ ਗਾਂਧਰਾ ਤੋਂ ਬਾਈ ਜੀ, ਹੋਰ ਵੀ ਬੂਟਾ ਸਿੰਘ ਵੀ ਹੈ, ਰਾਣਾ ਹੈ, ਸਾਰੀ ਸਾਡੀ ਟੀਮ ਬਣੀ ਆ। ਅਸੀਂ ਪਹਿਲੇ ਦਿਨ ਤੋਂ ਅਸੀਂ 27-26 ਤਰੀਕ ਨੂੰ ਅਸੀਂ ਗਏ ਜੀ ਸ਼ੰਭੂ ਬੈਰੀਅਰ ਤੋਂ ਆਉਣਾ। ਸਾਨੂੰ ਐਂ ਲੱਗਿਆ ਵੀ ਸਾਨੂੰ ਵੀ ਉੱਥੇ ਜਾਣਾ ਚਾਹੀਦਾ। ਪਹਿਲਾਂ ਅਸੀਂ ਪ੍ਰੋਗਰਾਮ ਬਣਾਇਆ ਸੀ ਵੀ ਇੱਥੋਂ ਹੋ ਕੇ ਇੱਕ ਵਾਰੀ ਵੇਲੇ ਜਾ ਕੇ ਕਿਵੇਂ ਵਾਪਸ ਜਾਣਾ, ਪਰ ਸਾਡਾ ਉੱਥੋਂ ਵਾਪਸ ਜਾਣ ਨੂੰ ਮਨ ਹੀ ਨਹੀਂ ਕੀਤਾ। ਅਸੀਂ ਇੱਥੋਂ ਆ ਕੇ ਵਾਪਸ ਪਹਿਲੇ ਦਿਨ ਤੋਂ ਹੀ ਦੁੱਧ ਦਾ ਲੰਗਰ, ਪਹਿਲਾਂ ਤਾਂ ਲਗਾਤਾਰ ਅਸੀਂ ਤੁਸੀਂ ਦੇਖਦੇ ਰਹੇ ਪੰਪ ਤੇ ਅਸੀਂ ਦੁੱਧ ਦਾ, ਬਦਾਮਾਂ ਵਾਲੇ ਦੁੱਧ ਦਾ ਲੰਗਰ, ਜਿਵੇਂ ਖੀਰ ਲੈ ਕੇ ਆ ਰਹੇ ਸੀ ਪਿੰਡੋਂ। ਬਾਅਦ ਵਿੱਚ ਸਾਨੂੰ ਥੋੜ੍ਹੀ ਰਸਤੇ ਵਿੱਚ ਜਿਵੇਂ ਜਾਮ ਵਗੈਰਾ ਦੀ ਦਿੱਕਤ ਆਉਂਦੀ ਸੀ, ਅਸੀਂ ਇੱਥੇ ਹੀ ਸਾਰੇ ਭਰਾਵਾਂ ਨੇ ਸਲਾਹ ਕੀਤੀ, ਬਾਈ ਸਣੀ ਜੀ ਨੇ ਇੱਥੇ ਵੀ ਅਸੀਂ ਸਾਰੇ ਵੀਰ ਰਲ ਮਿਲ ਕੇ ਆਪਾਂ ਉੱਥੇ ਹੀ ਭੱਠੀਆਂ ਪੁੱਟੀਆਂ ਸਾਰਾ ਲੈ ਚੱਲੀਏ, ਇੱਥੇ ਹੀ ਸਾਰਾ ਕਰੀਏ। ਤੇ ਉਦੋਂ ਤੋਂ ਪਹਿਲੇ ਦਿਨ ਤੋਂ ਹੀ ਇੱਥੇ ਲੰਗਰ ਅਸੀਂ ਮੈਨੂੰ 28-29 ਤਰੀਕ ਤੋਂ ਇੱਥੇ ਲੰਗਰ ਅਸੀਂ ਚਲਾ ਦਿੱਤਾ ਹੈਗਾ ਸੀਗਾ। ਜਿਸ ਤਰ੍ਹਾਂ ਬਾਈ ਜੀ ਆਪਣੇ ਨਾਲ ਜੀਰੇ ਤੋਂ ਆਏ, ਉਹ ਵੀ ਨਾਲ ਆਏ ਹੈਗੇ ਆ। ਸਾਰੇ ਮੇਰੇ ਵੀਰ ਇੱਥੇ ਪਹੁੰਚ ਕੇ ਵੱਧ ਤੋਂ ਵੱਧ ਸੇਵਾ ਕਰ ਰਹੇ ਆ। ਕਿਸੇ ਵੀ ਤਰ੍ਹਾਂ ਦੀ ਕੋਈ ਸਾਨੂੰ ਦਿੱਕਤ ਨਹੀਂ ਆ ਰਹੀ ਹੈ। ਇੱਥੇ ਜਥੇਬੰਦੀ ਨਾਲ ਤੁਸੀਂ ਆ ਕੇ ਇਹਦੇ ਨਾਲ ਜੁੜੇ ਹੋ, ਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ ਮਿਲਦਾ ਪੂਰਾ ਬਲਵੰਤ ਹੋਣਾ ਵੱਲੋਂ ਸਹਿਯੋਗ? ਜੇ ਕੋਈ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਇੱਥੇ ਆਹ ਚੀਜ਼ ਚਾਹੀਦੀ, ਜ਼ਰੂਰ ਦੱਸ ਸਕਦੇ। ਭਾਈ ਜਿਹੜਾ ਸਮਾਨ ਅਸੀਂ ਪਿੰਡ ਤੋਂ ਅਸੀਂ 2, 4, 5, 10 ਦਿਨ ਬਾਅਦ ਜਦੋਂ ਪਿੰਡ ਜਾਂਦੇ ਹਾਂ ਸਾਨੂੰ ਲੱਗਦਾ ਵੀ ਇੱਥੇ ਇਸ ਲੰਗਰ ਦੀ ਲੋੜ ਹੈ। ਹੁਣ ਸਾਨੂੰ ਨਵੇਂ ਸਾਲ ਵਾਲੇ ਦਿਨ ਅਸੀਂ ਇੱਥੇ ਪਨੀਰ ਦੇ ਪਕੌੜਿਆਂ ਦਾ ਲੰਗਰ ਲਾਇਆ।
ਉਸ ਤੋਂ ਬਾਅਦ ਅਸੀਂ ਬਾਅਦ ਵਿੱਚ ਲੋਹੜੀ ਮਾਗੀ ਨੇ ਸਾਨੂੰ ਲੱਗਿਆ ਇੱਥੇ 버ਗਰਾਂ ਦਾ ਸੈਂਡਵਿਚ ਦਾ ਲੰਗਰ ਚੱਲ ਰਿਹਾ ਹੈਗਾ ਤੇ ਲਗਾਤਾਰ ਹੀ ਤੇ ਬਾਬੇ ਨਾਨਕ ਦਾ 20 ਰੁਪਈਆਂ ਦਾ ਲੰਗਰ ਹੈ ਤੇ ਲਗਾਤਾਰ ਹੀ ਇਹ ਚੱਲਦਾ ਰਹੂਗਾ ਜਿੰਨਾ ਟਾਈਮ ਇਹ ਅੰਦੋਲਨ ਖਤਮ ਨਹੀਂ ਹੁੰਦਾ ਹੈਗਾ। ਇਸੇ ਤਰ੍ਹਾਂ ਵਾਹਿਗੁਰੂ ਦੀ ਕਿਰਪਾ ਨਾਲ ਇਹ ਚੱਲਦਾ ਰਹੂਗਾ ਤੇ ਇਹਨਾਂ ਵੱਲੋਂ ਬਾਈ ਜੀ ਇਹਨਾਂ ਵੱਲੋਂ ਵੀ ਪੂਰਾ ਸਾਨੂੰ ਪ੍ਰਧਾਨ ਜੀ ਇਹਨਾਂ ਨੂੰ ਸਹਿਯੋਗ ਮਿਲ ਰਿਹਾ। ਕਿਸੇ ਵੀ ਚੀਜ਼ ਦੀ ਕਿਸੇ ਟਾਈਮ ਸਾਨੂੰ ਇੱਥੇ ਲੋੜ ਹੁੰਦੀ ਆ ਪ੍ਰੋਵਾਈਡ ਕਰਵਾ ਕੇ ਦਿੰਦੇ ਹੈਗੇ ਵੀ ਚਲੋ ਕਿਸੇ ਟਾਈਮ ਕੋਈ ਸਮਾਨ ਨਹੀਂ ਪਿੰਡੋਂ ਆਉਂਦਾ ਹੈਗਾ ਅਸੀਂ ਜਿਵੇਂ ਡੀਜ਼ਲ ਵਗੈਰਾ ਅਸੀਂ ਸਾਨੂੰ ਇਹ ਇੱਥੋਂ ਅਰੇਂਜਮੈਂਟ ਕਰਵਾ ਲੈਂਦੇ ਭੱਠੀਆਂ 'ਚ ਪੈਣ ਵਾਸਤੇ ਡੀਜ਼ਲ। ਤੇ ਅੱਜ ਸਿੰਘ ਸਾਹਿਬ ਆਏ ਸੀ ਅਸੀਂ ਅੱਜ ਉਹਨਾਂ ਦੇ ਸਟੇਜ 'ਤੇ ਦੁੱਧ ਲੈ ਕੇ ਗਏ। ਉਹਨਾਂ ਨੇ ਸਾਨੂੰ ਸਪੈਸ਼ਲ ਕੋਲੇ ਬਿਠਾ ਕੇ ਸਾਨੂੰ ਆਖਿਆ ਕਹਿੰਦੇ ਵੀ ਯਾਰ ਇੰਨੇ ਸਵਾਦ ਪਕੌੜੇ ਤੇ ਇੰਨੀਆਂ ਸਵਾਦ ਪਿੰਨੀਆਂ ਤੁਸੀਂ ਲੈ ਕੇ ਕਿੱਥੋਂ ਆਏ ਜੀ, ਤੁਸੀਂ ਬਣਾਉਂਦੇ ਕਿਸ ਤਰ੍ਹਾਂ ਜੀ। ਕਹਿੰਦੇ ਮੈਂ ਹੋਰ ਵੀ ਬਹੁਤ ਲੰਗਰ ਛਕੇ ਇੱਥੇ ਬੈਠ ਕੇ ਪਰ ਮੈਨੂੰ ਜਿਹੜਾ ਆਨੰਦ ਇਹ ਪਕੌੜੇ ਲੰਗਰ ਛਕ ਕੇ ਆਇਆ। ਫਿਰ ਮੈਂ ਉਹਨਾਂ ਨੂੰ ਦੱਸਿਆ ਬਾਬਾ ਜੀ ਅਸੀਂ ਪਿੰਡੋਂ ਡੀਜ਼ਲ ਵਾਲੀਆਂ ਭੱਠੀਆਂ ਸਪੈਸ਼ਲ ਲੈ ਕੇ ਆਏ ਹਾਂ। ਇੱਥੇ ਜ਼ਿਆਦਾਤਰ ਗੈਸ ਵਾਲੀਆਂ ਭੱਠੀਆਂ ਚੱਲ ਰਹੀਆਂ, ਜਿਹੜੀ ਡੀਜ਼ਲ ਵਾਲੀਆਂ ਭੱਠੀਆਂ ਉਹਨਾਂ ਦਾ ਵੱਧ ਸੇਕਾ, ਉਹਦੇ ਨਾਲ ਵਧੀਆ ਕੁਆਲਿਟੀ ਬਣਦੀ ਹੈਗੀ ਤੇ ਸਾਡੀ ਕੁਆਲਿਟੀ ਕਰਕੇ ਤੁਸੀਂ ਦੇਖਿਆ ਜੀ ਇੱਥੇ ਹਰੇਕ ਟਾਈਮ KFC ਦੇ ਸਾਹਮਣੇ ਰਸ਼ ਹੀ ਲੱਗਿਆ ਰਹਿੰਦਾ। ਜਿਸ ਤਰ੍ਹਾਂ ਪਹਿਲਾਂ KFC 'ਚ ਰਾਸ਼ਨ ਪਿਆਜ਼ ਰਹਿੰਦਾ ਉਹਨਾਂ ਦਾ, ਉਸ ਤਰ੍ਹਾਂ ਵਾਹਿਗੁਰੂ ਦੀ ਕਿਰਪਾ ਨਾਲੇ ਬਾਬੇ ਨਾਨਕ ਦੇ ਲੰਗਰ ਦੇ ਵਿੱਚ ਵੀ ਇਸ ਤਰ੍ਹਾਂ ਫੁੱਲ ਹੀ ਰਸ਼ ਰਹਿੰਦਾ। ਅਸੀਂ ਇੱਥੇ ਚਾਹੇ 버ਗਰ ਬਣਾ ਲਈਏ ਚਾਹੇ ਪਕੌੜੇ ਬਣਾ ਲਈਏ ਸ਼ਾਮ ਨੂੰ ਸੇਵੀਆਂ ਬਣਾ ਲਈਏ ਤੇ ਲਾਈਨ ਸਮਝ ਲਓ ਵੀ ਇੱਥੇ ਅੱਧਾ ਕਿਲੋਮੀਟਰ ਦੀ ਲੱਗਣੀ ਹੈ। ਸਾਡਾ ਸੁੱਖ ਵੀ ਸੁਬਾਹ ਲੈ ਕੇ ਗਿਆ ਸੀ ਪਕੌੜੇ ਗੋਭੀ ਵਾਲੇ, ਉੱਥੇ ਜਿੱਥੇ ਸਾਰੇ ਪੱਤਰਕਾਰ ਬੈਠੇ, ਬਹੁਤ ਵਧੀਆ ਬਣੇ ਹੋਏ ਸੀ। ਇਹ ਆਪ ਹੀ ਬਣਾਉਂਦੇ ਕਿ ਹਲਵਾਈ ਵੀ ਲੈ ਕੇ ਆਉਂਦੇ ਨੇ? ਬਾਈ ਜੀ ਸਾਰੇ ਸਾਡੇ ਵੀਰ ਇੱਥੇ ਆ ਕੇ ਸਿੱਖੇ ਹੋਏ ਆ। ਅੱਛਾ, ਇੱਥੇ ਹੀ ਹਲਵਾਈ ਬਣੇ ਆ ਇੱਥੇ ਹੁਣ ਸਾਡੇ ਕੋਲੇ ਕੋਈ ਮੰਨ ਲਓ ਕੋਈ ਸਪੈਸ਼ਲ ਬੰਦਾ ਨਹੀਂ ਹੈਗਾ ਗਾ ਤੇ ਹਰੇਕ ਤਰ੍ਹਾਂ ਦੀ ਚੀਜ਼ ਅਸੀਂ ਇੱਥੇ ਤਿਆਰ ਕਰ ਲੈਂਦੇ ਹੈਗੇ। ਕੋਈ ਕਿਸੇ ਤਰ੍ਹਾਂ ਦੀ ਮਤਲਬ ਅਸੀਂ ਚੀਜ਼ ਇੱਥੇ ਹਰੇਕ ਹਾਂਜੀ ਬਾਈ ਜੀ, ਇਹ ਸਾਰਿਆਂ ਨੇ ਆਪਣੇ ਘਰਾਂ ਨੂੰ ਸਮਝਿਆ ਜੀ। ਹਾਂਜੀ, ਇਦਾਂ ਦੀ ਗੱਲ ਤਾਂ ਹੈ ਨਹੀਂ ਵੀ ਇੱਥੇ ਆ ਕੇ ਕੋਈ ਕਿਸੇ ਲਈ ਕਰਦੇ ਆ, ਸਾਰੇ ਆਪ ਦਾ ਕੰਮ ਸਮਝ ਕੇ ਕਰਦੇ ਆ। ਸਵੇਰੇ ਉੱਠ ਕੇ ਤੜਕੇ ਪਹਿਲਾਂ 5 ਵਜੇ ਬਜ਼ੁਰਗਾਂ ਨੂੰ ਚਾਹ ਬਣਾ ਕੇ ਦੇਈਦੀ ਹੈ ਜੀ। ਅੱਛਾ, ਉਸ ਤੋਂ ਬਾਅਦ ਚਾਹ ਉੱਠ ਕੇ ਬਣਾ ਦਿੰਦੇ 5 ਵਜੇ ਰੈਡੀ ਹੁੰਦੀ ਜੀ ਸਾਡੇ ਲੰਗਰ ਤੇ ਚਾਹ ਜੀ। ਦੇਖ ਲਓ ਕਈ ਇਹੋ ਜਿਹੇ ਵੀ ਨੌਜਵਾਨ ਆ ਜਿਹਨਾਂ ਨੇ ਕਿਤੇ ਬਹੁਤ ਘੱਟ ਜੋਬ ਵਗੈਰਾ ਕਰਦੇ ਆ, ਕੰਮ ਤਾਂ ਅਸੀਂ ਘਰੇ 9 ਵਜੇ ਉੱਠਦੇ ਸੀ, ਹੁਣ 5 ਵਜੇ ਉੱਠ ਕੇ ਚੱਲ ਜਾਂਦੇ। ਇਦਾਂ ਬਾਈ ਜੀ ਘਰ ਤਾਂ ਚਲੋ ਉੱਠਣ ਦਾ ਟਾਈਮ ਇਹੋ ਹੀ ਸੀ ਆਪਣਾ ਘਰ ਵੀ, ਪਰ ਕੰਮ ਅਸੀਂ ਵੀ ਕੀਤਾ ਸੀਗਾ ਜੀ। ਅੱਛਾ, ਕੰਮ ਇੱਥੇ ਆ ਕੇ ਕਰਨ ਲੱਗੇ ਆ। ਚਲੋ ਮਹਾਰਾਜ ਨੇ ਦਾਤ ਬਖਸ਼ੀ ਜਾਂ ਨਹੀਂ ਹੋ ਗਿਆ ਸਾਰਾ ਕੁਝ। ਹੁਣ ਸਾਰੇ ਟ੍ਰੇਨਡ ਆ ਜੀ, ਭਾਵੇਂ ਅਸੀਂ ਹੋਈਏ ਭਾਵੇਂ ਨਾ, ਮਗਰ ਚੱਲੀ ਜਾਊ ਕੰਮ। ਅੱਛਾ, ਪੂਰੀ ਚੜ੍ਹਦੀ ਕਲਾ। ਪੂਰੀ ਚੜ੍ਹਦੀ ਚਿਰ ਅੰਦੋਲਨ ਚੱਲੂਗਾ ਆਈ ਲੰਗਰ ਚੱਲਦੇ ਰਹੇ। ਅਸੀਂ ਤਾਂ ਡਟੇ ਰਵਾਂਗੇ ਜੀ। ਅੱਛਾ, ਅਸੀਂ ਅਖੀਰ ਤੱਕ ਡਟਾਂਗੇ ਜੀ, ਫਿਰ ਤੱਕ ਹੀ ਆਵਾਂਗੇ ਇੱਥੇ। ਲੰਗਰ ਦੀ ਉਹਦੇ ਦੀ ਪੂਰੀ ਵਜ੍ਹਾ ਕਰਾਤੀ ਜਦੋਂ ਤੁਸੀਂ ਸਾਰੇ ਨੌਜਵਾਨ ਆਏ। ਇਹ ਤਾਂ ਗੁਰੂ ਦੇ ਮਹਾਰਾਜ ਦੀ ਕਿਰਪਾ ਜੀ। ਅਸੀਂ ਤਾਂ ਕੌਣ ਬੰਦੇ ਆਈ ਤਾਂ ਕਰਨੇ ਵਾਲੇ ਆ ਜੀ, ਮਾਲਕ ਕਰਾਈ ਜਾਂਦਾ ਜੀ। ਬਾਕੀ ਭਰਾਵਾਂ ਦਾ ਸਾਥ ਹੈ ਜੀ ਸਾਰਿਆਂ ਦਾ। ਬਾਕੀ ਜਥੇਬੰਦੀ ਵਾਲੇ ਵੀ ਆਪਣੇ ਬਰਾਂਕੇ ਸਾਹਿਬ ਪੂਰਾ ਸਾਥ ਦੇ ਰਹੇ ਆ, ਪੂਰਾ ਵਧੀਆ ਕਰਾ ਕੇ ਚੱਲਦਾ ਉਹਨਾਂ ਦੇ ਨਾਲ ਪੂਰਾ ਵਧੀਆ ਚੱਲਦਾ। ਕਹਿਣਾ ਹੈ ਕਿ ਜਿਹੜੀ ਇਹ ਹੋਂਦ ਦੀ ਲੜਾਈ ਆ, ਜੇ ਜ਼ਮੀਨਾਂ ਬਚਣਗੀਆਂ ਤਾਂ ਹੀ ਆ ਵੱਡੇ ਜਿਹੜੇ 20-20 ਲੱਖ ਦੇ ਟਰੈਕਟਰ ਆ ਇਹ ਫੇਰ ਹੀ ਚੱਲਣੇ ਆ। ਤੇ ਨਾਲ ਹੀ ਇਹਨਾਂ ਦਾ ਕਹਿਣਾ ਕਿ ਇਹ ਨਾ ਹੋਵੇ ਬੱਚੇ ਸਾਡੇ ਸ਼ਰਮ ਮਹਿਸੂਸ ਕਰਨ ਸਕੂਲਾਂ ਦੇ ਵਿੱਚ ਕਿ ਸਾਡੇ ਪਰਿਵਾਰ ਚੋਂ ਕੋਈ ਗਿਆ ਨਹੀਂ। ਅਜੇ ਵੀ ਵੀਰੋ ਜਿਹੜੇ ਨਹੀਂ ਪਹੁੰਚ ਸਕੇ ਘਰਾਂ ਦੇ ਵਿੱਚ, ਹੋ ਸਕਦਾ ਤੁਹਾਨੂੰ ਕੋਈ ਕੰਮ ਹੋਵੇ, ਹੁਣ ਵੀ 26 ਜਨਵਰੀ ਤੋਂ ਪਹਿਲਾਂ 23 ਨੂੰ 24 ਨੂੰ ਇੱਥੇ ਪਹੁੰਚ ਜਾਓ ਸਿੰਘੂ ਬਾਰਡਰ ਤੇ ਆ ਕੇ ਇੱਕ ਵਾਰੀ ਦੇਖੋ ਲੋਕਾਂ ਦਾ ਜਜ਼ਬਾ ਕਿਹੋ ਜਿਹਾ, ਕਿਵੇਂ ਲੰਗਰ ਚੱਲਦੇ ਨੇ, ਕਿਹੋ ਜਿਹਾ ਲੋਕਾਂ ਦਾ ਰਹਿਣਾ ਬਹਿਣਾ। ਇਹ ਉਹ ਰਹਿਣਾ ਬਹਿਣਾ ਹੈ ਜਿਵੇਂ ਸਾਡੇ ਪਹਿਲਾਂ ਬਜ਼ੁਰਗ ਰਹਿੰਦੇ ਹੁੰਦੇ ਸੀ, ਘੋੜਿਆਂ ਦੀਆਂ ਕਾਟੀਆਂ ਤੇ ਸੌਣਾ, ਜੰਗਲਾਂ 'ਚ ਰਹਿਣਾ, ਪੱਤੇ ਖਾ ਕੇ ਗੁਜ਼ਾਰਾ ਕਰਨਾ। ਪਰ ਇੱਥੇ ਤਾਂ ਹੁਣ 버ਗਰਾਂ ਦੇ, ਪੀਜੇ ਦੇ ਐਨ ਵੇਲੇ ਲੰਗਰ ਚੱਲਦੇ ਨੇ, ਚਾਹ ਦੁੱਧ 'ਚ ਪੱਤੀ ਮਿਲਦੀ ਆ, ਔਰ ਰਹਿਸ ਲਈ ਵਧੀਆ ਮਹਿੰਗੇ ਤੰਬੂ ਆ। ਜਿਹੜਾ ਆਹ ਤੰਬੂ ਆ ਇੱਕ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ, ਸਾਡੀ ਬਲਵੰਤ ਸਿੰਘ ਜੀ ਨਾਲ ਗੱਲ ਹੋਈ ਸੀ, ਮੁੱਖ ਦਫ਼ਤਰ ਆ, ਉਹ ਕਹਿੰਦੇ ਵੀ 54,000 ਰੁਪਏ ਦਾ ਇਹ ਤੰਬੂ ਲੱਗਾ। ਸੋ ਮਹਿੰਗੇ ਤੰਬੂ ਲੱਗੇ ਹੋਏ ਨੇ, ਰਹਿਣ ਲਈ ਹੋਰ ਵੀ ਟੈਂਟ ਲੱਗੇ ਨੇ। ਅੱਗੇ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਜਿਹੜਾ ਅੰਦੋਲਨ ਆ ਦੇਖਣ ਲਈ ਸਾਡੇ ਨਾਲ ਬਣੇ ਰਹੋ। ਕੈਮਰਾਮੈਨ ਸੁਗਲ ਦੇ ਨਾਲ D5 ਚੈਨਲ ਪੰਜਾਬੀ ਲਈ ਚਮਕੌਰ ਸਿੰਘ ਲੋਕੋ, ਸਿੰਘੂ ਬਾਰਡਰ, ਦਿੱਲੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।